ਸੋ ਬੱਚਿਓ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਬਾਇਓਟਿਕ ਕਮਿਊਨਿਟੀ ਦੀ। ਨਾ ਬਾਇਓਟਿਕ ਕਮਿਊਨਿਟੀ ਕੀ ਚੀਜ਼ ਹੈ? ਸਭ ਤੋਂ ਪਹਿਲਾਂ ਆਪਾਂ ਉਹਦੇ ਕਰੈਕਟਰਸ ਪੜ੍ਹਨੇ ਆ। ਉਹ ਪੜ੍ਹਨੀ ਆ ਵੀ ਬਾਇਓਟਿਕ ਕਮਿਊਨਿਟੀ ਹੁੰਦੀ ਕੀ ਹੈ। ਉਸ ਤੋਂ ਬਾਅਦ ਆ ਵੀ ਬਾਇਓਟਿਕ ਕਮਿਊਨਿਟੀ ਦੇ ਵਿੱਚ ਕੀ ਕੀ ਆਉਂਦਾ। ਓਕੇ, ਸੋ ਸਭ ਤੋਂ ਪਹਿਲਾਂ ਜੇ ਬੱਚਿਓ ਬਾਇਓਟਿਕ ਕਮਿਊਨਿਟੀ ਦੀ ਗੱਲ ਕੀਤੀ ਜਾਵੇ, ਬਾਇਓਟਿਕ ਜਿਹੜਾ ਵਰਡ ਹੈ ਇਹ ਬੱਚਿਓ ਰੈਫਰ ਕਰਦਾ ਦੋਵੇਂ ਚੀਜ਼ਾਂ ਕਿਹਨਾਂ ਕਿਹਨਾਂ ਨੂੰ, ਲਾਈਕ ਐਨੀਮਲਸ ਐਂਡ ਪਲਾਂਟਸ। ਸੋ ਇੱਕ ਥਾਂ ਦੇ ਉੱਪਰ ਇੱਕ ਏਰੀਏ ਦੇ ਵਿੱਚ ਕਿਹੜੇ ਕਿਹੜੇ ਐਨੀਮਲਸ ਤੇ ਕਿਹੜੇ ਕਿਹੜੇ ਪਲਾਂਟਸ ਉੱਥੇ ਪਾਏ ਜਾਂਦੇ ਨੇ ਉਹਨੂੰ ਬਾਇਓਟਿਕ ਕਮਿਊਨਿਟੀ ਕਹਿੰਦੇ ਆ। ਨਾ ਕਮਿਊਨਿਟੀ ਕੀ ਚੀਜ਼ ਆ? ਕਮਿਊਨਿਟੀ ਇਜ਼ ਅ ਲਾਈਕ ਐਗਰੀਗੇਸ਼ਨ, ਇਟ ਇਜ਼ ਅ ਗਰੁੱਪ। ਜਿੱਦਾਂ ਆਪਾਂ ਕਹਿੰਦੇ ਆ ਵੀ ਕਲੋਨੀ ਆ, ਇੱਕ ਮੁਹੱਲਾ, ਇੱਕ ਕਮਿਊਨਿਟੀ ਆ। ਕਮਿਊਨਿਟੀ ਦੇ ਵਿੱਚ ਇੱਕ ਟਾਈਪ ਦੇ ਐਨੀਮਲਸ ਆ ਸਕਦੇ, ਠੀਕ ਹੈ। ਸੋ ਇੱਕ ਹੁੰਦੀ ਹੈ ਕਾਸਟਸਿਜ਼ਮ, ਇੱਕ ਕਾਸਟ ਹੁੰਦੀ ਆ ਵੀ ਇਹ ਜਿਵੇਂ ਆਪਣੇ ਵਿੱਚ ਬਹੁਤ ਸਾਰੀਆਂ ਕਾਸਟ ਹੈਗੀਆਂ, ਇੱਦਾਂ ਹੀ ਇੱਕ ਕਮਿਊਨਿਟੀ ਹੁੰਦੀ ਆ, ਠੀਕ ਹੈ। ਵੀ ਇਹ ਲੁਹਾਰ ਆ, ਇਹ ਤਰਖਾਣ ਨੇ, ਇਹ ਮਿਸਤਰੀ ਨੇ, ਇਹ ਜੱਟ ਨੇ, ਇਹ ਦੀਸ ਆਰ ਕਮਿਊਨਿਟੀਜ਼, ਠੀਕ ਹੈ, ਉਹਦੇ ਕੰਮ ਦੇ ਬੇਸ ਦੇ ਉੱਪਰ। ਸੋ ਇੱਥੇ ਜਿਹੜੀ ਬਾਇਓਟਿਕ ਕਮਿਊਨਿਟੀ ਆ ਉਹ ਕਮਿਊਨਿਟੀ ਹੋਏਗੀ ਕਿ ਇੱਕ ਖਾਸ ਟਾਈਪ ਦੀ ਜਿਹੜੀ ਵੈਜੀਟੇਸ਼ਨ ਹੈ ਜਾਂ ਇੱਕ ਖਾਸ ਟਾਈਪ ਦੇ ਬੂਟੇ ਜਾਂ ਇੱਕ ਖਾਸ ਟਾਈਪ ਦੇ ਐਨੀਮਲਸ ਜਿਹੜੇ ਉਸ ਏਰੀਏ ਦੇ ਵਿੱਚ ਰਹਿ ਸਕਦੇ ਆ, ਉੱਦਾਂ ਦੇ ਟੈਂਪਰੇਚਰ 'ਚ, ਉੱਦਾਂ ਦੀ ਰੇਨਫਾਲ 'ਚ, ਉੱਦਾਂ ਦੇ ਪ੍ਰੈਸ਼ਰ 'ਚ, ਉੱਦਾਂ ਦੇ ਪਾਣੀ ਦੇ ਵਿੱਚ। ਸੋ ਉਸ ਏਰੀਏ ਦੇ ਵਿੱਚ ਰਹਿਣ ਵਾਲੇ ਖਾਸ ਐਨੀਮਲਸ ਤੇ ਪਲਾਂਟਸ ਨੂੰ ਆਪਾਂ ਕਹਿੰਦੇ ਆ ਉੱਥੇ ਦੀ ਬਾਇਓਟਿਕ ਕਮਿਊਨਿਟੀ। ਸੋ ਬੱਚਿਓ ਜਿਹੜੀ ਇਹ ਬਾਇਓਟਿਕ ਕਮਿਊਨਿਟੀ ਆ ਇਹਦੇ ਵਿੱਚ ਸਟ੍ਰੈਟੀਫਿਕੇਸ਼ਨ ਦੇਖਣ ਨੂੰ ਮਿਲਦੀ ਆ। ਸਟ੍ਰੈਟੀਫਿਕੇਸ਼ਨ ਕੀ ਚੀਜ਼ ਹੁੰਦੀ ਆ ਕਿ ਇਹ ਜਿਹੜੇ ਐਨੀਮਲਸ ਤੇ ਪਲਾਂਟਸ ਨੇ ਇਹ ਵਰਟੀਕਲੀ ਅਰੇਂਜਡ ਹੁੰਦੇ ਨੇ, ਸਪੈਸ਼ਲੀ ਪਲਾਂਟਸ। ਸੋ ਵਰਟੀਕਲ ਅਰੇਂਜਮੈਂਟ ਔਰ ਸਟ੍ਰੈਟੀਫਿਕੇਸ਼ਨ ਦਾ ਕੀ ਮਤਲਬ ਹੈ? ਸਪੋਜ਼ ਇੱਕ ਖਾਸ ਥਾਂ ਦੇ ਉੱਪਰ ਇੱਕ ਜੰਗਲ ਹੈ, ਸਪੋਜ਼ ਵੀ ਟੇਕ ਅਗੇਨ ਐਗਜ਼ਾਮਪਲ ਆਫ ਅ ਫੋਰੈਸਟ। ਹੁਣ ਇਸ ਫੋਰੈਸਟ ਦੇ ਵਿੱਚ ਬੱਚਿਓ ਨੀਚੇ ਸਭ ਤੋਂ ਨੀਚੇ ਕੀ ਹੈ? ਗਰਾਸ। ਹੁਣ ਗਰਾਸ ਤੋਂ ਉੱਚਾ ਕੀ ਹੋ ਸਕਦਾ? ਵੀ ਹੈਵ ਲਾਈਕ ਸਮੌਲ ਹਰਬਸ। ਫਿਰ ਆਪਣੇ ਕੋਲ ਹੈਗੀਆਂ ਨੇ ਸ਼ਰਬਸ, ਝਾੜੀਆਂ ਵੀ ਹੈਗੀਆਂ। ਝਾੜੀਆਂ ਤੋਂ ਬਾਅਦ ਉਹਦੇ ਵਿੱਚ ਥੋੜ੍ਹੇ ਜਿਹੇ ਵੱਡੇ ਬੂਟੇ ਵੀ ਲੱਗੇ ਹੋਏ ਨੇ, ਠੀਕ ਹੈ। ਵੀ ਹੈਵ ਡਿਫਰੈਂਟ ਟਾਈਪਸ ਆਫ ਲਾਈਕ ਪਲਾਂਟਸ। ਉਸ ਤੋਂ ਬਾਅਦ ਆਪਣੇ ਕੋਲ ਟਰੀਜ਼ ਵੀ ਹੈਗੇ ਆ। ਟਰੀਜ਼ ਦੇ ਵਿੱਚ ਕੈਟਾਗਰੀਜ਼ ਹੋ ਸਕਦੀਆਂ, ਜਿੱਦਾਂ ਚੌੜੇ ਪੱਤੇ ਵਾਲੇ ਦਰਖਤ ਹੋ ਸਕਦੇ ਆ, ਛੋਟੇ ਪੱਤਿਆਂ ਵਾਲੇ ਦਰਖਤ ਹੋ ਸਕਦੇ ਆ, ਨੀਡਲ ਲਾਈਕ ਲੀਵਸ ਵਾਲੇ ਦਰਖਤ ਹੋ ਸਕਦੇ ਆ, ਲੰਬੇ ਦਰਖਤ ਹੋ ਸਕਦੇ ਨੇ, ਛੋਟੇ ਦਰਖਤ ਹੋ ਸਕਦੇ ਆ, ਵੁੱਡਲੈਂਡਸ ਵੀ ਹੋ ਸਕਦੇ ਨੇ, ਬੜੇ ਵੱਡੇ ਲੈਵਲ ਦੇ ਦਰਖਤ ਵੀ ਉੱਥੇ ਹੋ ਸਕਦੇ ਆ ਉਸ ਫੋਰੈਸਟ ਦੇ ਵਿੱਚ। ਸੋ ਦਿਸ ਇਜ਼ ਕਾਲਡ ਐਜ਼ ਸਟ੍ਰੈਟੀਫਿਕੇਸ਼ਨ। ਛੋਟੇ ਬੂਟੇ, ਉਸ ਤੋਂ ਵੱਡੇ, ਉਸ ਤੋਂ ਵੱਡੇ, ਬਹੁਤ ਵੱਡੇ, ਸਭ ਤੋਂ ਵੱਡੇ, ਇਹ ਹਰ ਟਾਈਪ ਦੇ ਜਿਹੜੇ ਪਲਾਂਟਸ ਨੇ ਉਹ ਉੱਥੇ ਮਿਲਦੇ ਨੇ ਉਸ ਏਰੀਏ 'ਚ। ਸੋ ਜਿੰਨੀ ਜ਼ਿਆਦਾ ਸਟ੍ਰੈਟੀਫਿਕੇਸ਼ਨ ਹੋਏਗੀ ਉਨੀ ਜ਼ਿਆਦਾ ਕਮਿਊਨਿਟੀ ਡਾਈਵਰਸ ਹੋਏਗੀ, ਡਿਫਰੈਂਟ ਟਾਈਪ ਦੇ ਉੱਥੇ ਬੂਟੇ ਮਿਲਣਗੇ। ਸਪੋਜ਼ ਇੱਕ ਖਾਸ ਫੋਰੈਸਟ ਹੈ ਜਿੱਥੇ ਜਿਹਨੂੰ ਆਪਾਂ ਕਹਿੰਦੇ ਆ ਗ੍ਰਾਸਲੈਂਡ, ਉਹ ਫੋਰੈਸਟ ਨਹੀਂ ਹੈਗਾ, ਉਹਨੂੰ ਆਪਾਂ ਕਹਿੰਦੇ ਆ ਗ੍ਰਾਸਲੈਂਡਸ, ਠੀਕ ਹੈ। ਹੁਣ ਗ੍ਰਾਸਲੈਂਡ ਦੇ ਵਿੱਚ ਕੀ ਹੈ? ਉੱਥੇ ਸਿਰਫ ਘਾਹ ਹੀ ਹੈ। ਵੀ ਹੈਵ ਗ੍ਰਾਸ ਐਵਰੀਵੇਅਰ, ਵੀ ਹੈਵ ਗ੍ਰਾਸ। ਬੜੇ ਵੱਡੇ ਵੱਡੇ ਏਰੀਆ ਨੇ, ਉੱਥੇ ਘਾਹ ਹੀ ਘਾਹ ਉੱਗੀ ਹੋਈ ਹੈ, ਥੋੜ੍ਹੀਆਂ ਬਹੁਤ ਹਰਬਸ ਹੈਗੀਆਂ, ਦੈਟਸ ਇਟ। ਕੋਈ ਉੱਥੇ ਸ਼ਰਬ ਨਹੀਂ, ਕੋਈ ਉੱਚਾ ਬੂਟਾ ਨਹੀਂ ਹੈਗਾ, ਕੋਈ ਦਰਖਤ ਨਹੀਂ ਹੈਗਾ, ਉੱਥੇ ਕੁਛ ਨਹੀਂ ਹੈਗਾ। ਉੱਥੇ ਸਿਰਫ ਗਰਾਸ ਹੈ ਅਤੇ ਛੋਟੀਆਂ ਛੋਟੀਆਂ ਹਰਬਸ ਨੇ ਜਿਹੜੀਆਂ ਨੀਚੇ ਨੀਚੇ ਹੀ ਗਰੋ ਕਰਦੀਆਂ ਨੇ। ਸੋ ਉੱਥੇ ਦੀ ਬਾਇਓਟਿਕ ਕਮਿਊਨਿਟੀ ਦੇ ਵਿੱਚ ਜਿਹੜੇ ਪਲਾਂਟਸ ਹੋਣਗੇ, ਸਿਰਫ ਮੈਂ ਇੱਥੇ ਪਲਾਂਟਸ ਦੀ ਗੱਲ ਕਰ ਰਿਹਾ ਕਿਉਂਕਿ ਆਪਾਂ ਗਰਾਸ ਅਤੇ ਹਰਬਸ ਦੀ ਗੱਲ ਕਰ ਰਹੇ ਹਾਂ। ਸੋ ਉੱਥੇ ਦੀ ਬਾਇਓਟਿਕ ਕਮਿਊਨਿਟੀ ਜ਼ਿਆਦਾ ਸਟ੍ਰੇਟੀਫਾਈਡ ਨਹੀਂ ਹੈਗੀ। ਸੋ ਆਈ ਥਿੰਕ ਤੁਸੀਂ ਸਮਝ ਗਏ ਹੋ। ਸੋ ਬਾਇਓਟਿਕ ਕਮਿਊਨਿਟੀ ਦੇ ਵਿੱਚ ਸਟ੍ਰੈਟੀਫਿਕੇਸ਼ਨ ਆਮ ਤੌਰ 'ਤੇ ਹੁੰਦੀ ਹੈ, ਠੀਕ ਹੈ। ਇਹ ਗੱਲ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਓਕੇ ਬੱਚਿਓ, ਸੋ ਜਿਹੜੀ ਕਮਿਊਨਿਟੀ ਦੀ ਸਟ੍ਰੈਟੀਫਿਕੇਸ਼ਨ ਹੈ ਇਹਦੇ ਹਿਸਾਬ ਨਾਲ ਕਮਿਊਨਿਟੀ ਵਧੀਆ, ਮਾੜੀ
ਜਾਂ ਗਰੋਇੰਗ ਸਟੇਜ ਦੇ ਵਿੱਚ ਹੋ ਸਕਦੀ ਹੈ। ਸੋ ਕਮਿਊਨਿਟੀ ਦੀਆਂ ਕੁਝ ਟਾਈਪਸ ਨੇ। ਹੁਣ ਆਪਾਂ ਥੋੜ੍ਹੀ ਉਹਦੇ ਬਾਰੇ ਗੱਲ ਕਰੀਏ। ਸੋ ਜਿਹੜੀ ਬੱਚਿਓ ਫਸਟ ਟਾਈਪ ਆ, that is called as the grassland community, grasslands। ਸੋ ਜਿਹਦੇ ਬਾਰੇ ਹੁਣੀ ਆਪਾਂ ਗੱਲ ਕਰਕੇ ਹਟੇ ਸੀ। ਸੋ ਇਹਦੇ ਵਿੱਚ ਬੱਚਿਓ ਹਰਬੇਸ਼ੀਅਸ ਸਟ੍ਰੈਟੀਫਿਕੇਸ਼ਨ ਹੁੰਦੀ ਆ, ਸਾਰੇ ਪਲਾਂਟਸ ਨੀਚੇ ਨੀਚੇ ਹੀ ਹੁੰਦੇ ਨੇ, ਫਲੋਰ ਸਟ੍ਰੇਟਮ ਹੁੰਦਾ ਇਹਦੇ 'ਚ, ਠੀਕ ਹੈ। ਸੋ ਇਹਦੇ 'ਚ ਬਹੁਤ ਉੱਚੇ ਬੂਟੇ ਨਹੀਂ ਹੁੰਦੇ। ਜਿਹੜੀ ਦੂਜੀ ਟਾਈਪ ਦੀ ਜਿਹੜੀ ਕਮਿਊਨਿਟੀ ਆ ਉਹ ਹੈਗੀ ਆ ਬੱਚਿਓ ਫੋਰੈਸਟ ਕਮਿਊਨਿਟੀ। ਸੋ ਫੋਰੈਸਟ ਕਮਿਊਨਿਟੀ ਦੇ ਵਿੱਚ ਥੋੜ੍ਹੇ ਜਿਹੇ ਵੱਡੇ ਬੂਟੇ ਹੋ ਸਕਦੇ ਆ, ਇਹਦੇ 'ਚ ਸਟ੍ਰੈਟੀਫਿਕੇਸ਼ਨ ਜ਼ਿਆਦਾ ਹੋਏਗੀ। ਓਕੇ, ਨੰਬਰ 3। ਸੋ ਦਿਸ ਕੈਨ ਬੀ ਆ ਲਾਈਕ ਪੌਂਡ ਕਮਿਊਨਿਟੀ। ਸੋ ਜੇ ਇੱਕ ਪੌਂਡ ਦੀ ਐਗਜ਼ਾਮਪਲ ਲੈ ਲਈ ਜਾਵੇ ਤਾਂ ਪੌਂਡ ਦੇ ਵਿੱਚ ਬੱਚਿਓ ਬਹੁਤ ਸਾਰੇ ਪਲਾਂਟਸ ਨੀਚੇ ਵੀ ਹੋ ਸਕਦੇ ਨੇ, ਬਿਲਕੁਲ ਬਾਟਮ ਦੇ ਉੱਪਰ। ਫਿਰ ਥੋੜ੍ਹੇ ਜਿਹੇ ਸਬਮਰਜਡ ਸਪੀਸ਼ੀਜ਼ ਆ ਸਕਦੀਆਂ ਜਿਹੜੀਆਂ ਕਿ ਡੁੱਬੇ ਹੋਏ ਨੇ ਪਲਾਂਟਸ, ਠੀਕ ਹੈ। ਇੱਦਾਂ ਹੀ ਐਨੀਮਲਸ ਵੀ ਨੇ, ਕੁਛ ਐਨੀਮਲ ਉਹਦੇ ਬਾਟਮ 'ਚ ਰਹਿੰਦੇ ਨੇ, ਕੁਛ ਥੋੜ੍ਹੇ ਜਿਹੇ ਉੱਪਰ ਰਹਿੰਦੇ ਆ, ਕੁਛ ਬਿਲਕੁਲ ਤਲੇ ਦੇ ਉੱਪਰ ਰਹਿੰਦੇ ਨੇ, ਬਿਲਕੁਲ ਔਨ ਦਾ ਟਾਪ, ਠੀਕ ਹੈ। ਇੱਦਾਂ ਹੀ ਬੂਟੇ ਨੇ। ਕਈ ਫਲੋਟਿੰਗ ਬੂਟੇ ਹੋ ਸਕਦੇ ਨੇ ਜਿਹੜੇ ਫਲੋਟ ਕਰਦੇ ਆ, ਕੁਛ ਬਾਹਰ ਆ ਕੇ ਉੱਗੇ ਹੋਏ ਨੇ, ਕਈ ਕਿਨਾਰਿਆਂ 'ਤੇ ਉੱਗੇ ਨੇ, ਕਈ ਉਸ ਤੋਂ ਬਾਹਰ ਉੱਗੇ ਹੋਏ ਨੇ, ਵਿਚ ਆਰ ਡਿਪੈਂਡੈਂਟ ਅਪੋਨ ਦਾ ਪੌਂਡ। ਸੋ ਪੌਂਡ ਦੇ ਵਿੱਚ ਵੀ ਸਟ੍ਰੈਟੀਫਿਕੇਸ਼ਨ ਹੋ ਸਕਦੀ ਹੈ, ਕੁਛ ਨੀਚੇ ਨੇ, ਕੁਛ ਸੈਂਟਰ 'ਚ ਨੇ, ਕੁਛ ਉਸ ਤੋਂ ਉੱਪਰ ਨੇ, ਕੁਛ ਬਿਲਕੁਲ ਉੱਪਰ ਨੇ। ਸੋ ਜਿਹੜੇ ਸਭ ਤੋਂ ਨੀਚੇ ਨੇ ਉਹਨਾਂ 'ਚ ਫੋਟੋਸਿੰਥੇਸਿਸ ਨਹੀਂ ਹੋ ਸਕਦੀ ਕਿਉਂਕਿ ਉੱਥੇ ਲਾਈਟ ਨਹੀਂ ਜਾਂਦੀ। ਫਿਰ ਇੱਕ ਕੰਪਨਸੇਸ਼ਨ ਲੈਵਲ ਆਉਂਦਾ ਜਿਹਨੂੰ ਸਬ ਲਿਟੋਰਲ ਜ਼ੋਨ ਕਹਿੰਦੇ ਆ, ਠੀਕ ਹੈ। ਸੋ ਸਬ ਲਿਟੋਰਲ ਜ਼ੋਨ ਦੇ ਵਿੱਚ ਥੋੜ੍ਹੀ ਬਹੁਤ ਲਾਈਟ ਉੱਥੇ ਪਹੁੰਚਦੀ ਹੈ। ਫਿਰ ਲਿਟੋਰਲ ਜ਼ੋਨ ਆਉਂਦੀ ਹੈ ਜਿਹਦੇ ਵਿੱਚ ਫੋਟੋਸਿੰਥੇਸਿਸ ਹੁੰਦੀ ਹੈ, ਜਿਹਦੇ ਵਿੱਚ ਸਬਮਰਜਡ ਬੂਟੇ ਵੀ ਆਉਂਦੇ ਆ, ਫਲੋਟਿੰਗ ਬੂਟੇ ਵੀ ਆਉਂਦੇ ਨੇ। ਫਿਰ ਕੁਛ ਸਰਫੇਸ ਦੇ ਉੱਤੇ ਹੁੰਦੇ ਨੇ ਜਿਹਨਾਂ ਨੂੰ ਐਮਰਜੈਂਟਸ ਕਹਿੰਦੇ ਆ। ਇਮਰਜੈਂਟ ਮਤਲਬ ਬਾਹਰ ਨਿਕਲੇ ਹੋਏ ਬੂਟੇ, ਠੀਕ ਹੈ। ਸੋ ਇਹ ਤੀਜੀ ਟਾਈਪ ਦੀ ਕਮਿਊਨਿਟੀ ਸੀ। ਚੌਥੀ ਟਾਈਪ ਦੀ ਜਿਹੜੀ ਬੱਚਿਓ ਕਮਿਊਨਿਟੀ ਹੈ ਦੈਟ ਇਜ਼ ਦੀ ਮੈਰੀਨ ਕਮਿਊਨਿਟੀ। ਸੋ ਮੈਰੀਨ ਕਮਿਊਨਿਟੀ ਸੀ ਵਾਟਰ ਦੇ ਵਿੱਚ ਹੋ ਸਕਦੀ ਹੈ। ਇਹਦੇ ਵਿੱਚ ਤੁਹਾਨੂੰ ਓਸ਼ੈਨਿਕ ਜ਼ੋਨ ਮਿਲ ਸਕਦੀ ਆ, ਬੈਥਲ ਜ਼ੋਨ, ਐਬਾਈਸਲ ਜ਼ੋਨ, ਇਹ ਜਿਹੜੇ ਪਾਣੀ ਦੇ ਅੰਦਰ ਲੈਵਲ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ। ਅਤੇ ਹਰੇਕ ਦੇ ਵਿੱਚ ਹੀ ਮਰੀਨ ਦੇ ਵਿੱਚ ਵੀ ਪੌਂਡ ਵਰਗੀ ਸਟ੍ਰੈਟੀਫਿਕੇਸ਼ਨ ਤੁਹਾਨੂੰ ਮਿਲ ਸਕਦੀ ਹੈ। ਕਈ ਐਨੀਮਲ ਬਹੁਤ ਥੱਲੇ ਰਹਿੰਦੇ ਆ, ਕਈ ਉੱਪਰ ਰਹਿੰਦੇ ਆ, ਕਈ ਟੌਪ 'ਤੇ ਰਹਿੰਦੇ ਆ, ਠੀਕ ਹੈ। ਸੋ ਜੇ ਤੁਸੀਂ ਇਹਨਾਂ ਕਮਿਊਨਿਟੀਜ਼ ਨੂੰ ਇਕੱਠਾ ਕਰਕੇ ਪੜ੍ਹੋ ਤਾਂ ਤੁਹਾਨੂੰ ਸਾਰੀ ਟਾਈਪ ਦੀਆਂ ਕਮਿਊਨਿਟੀਜ਼ ਬਾਰੇ ਥੋੜ੍ਹਾ ਬਹੁਤ ਪਤਾ ਲੱਗ ਜਾਂਦਾ। ਅੱਛਾ ਬੱਚਿਓ, ਇਸ ਤੋਂ ਬਾਅਦ ਹੁਣ ਜਿਹੜਾ ਨੈਕਸਟ ਜਿਹੜਾ ਆਪਣਾ ਮੇਜਰ ਟੌਪਿਕ ਹੈਗਾ, ਇਹ ਤਾਂ ਹੋ ਗਈ ਗੱਲ ਕਮਿਊਨਿਟੀਜ਼ ਦੀ ਅਤੇ ਟਾਈਪਸ ਆਫ ਕਮਿਊਨਿਟੀਜ਼ ਦੀ। ਐਂਡ ਮੇਜਰ ਟੌਪਿਕ ਜਿਹੜਾ ਹੁਣ ਇਸ ਟਾਈਮ ਆਪਾਂ ਸ਼ੁਰੂ ਕਰਨ ਲੱਗੇ ਹਾਂ ਉਹ ਹੈਗਾ ਬਾਇਓਲੋਜੀਕਲ ਸਕਸੈਸ਼ਨ। ਇਹ ਬੱਚਿਓ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈਗਾ ਐਜ਼ ਪਰ ਯੂਅਰ ਸਿਲੇਬਸ। ਇਹ 2 ਟਾਈਪਸ ਦਾ ਹੁੰਦਾ ਐਂਡ ਇਹਨਾਂ ਦੇ 2 ਟਾਈਪਸ ਦੇ ਵਿੱਚੋਂ ਤੁਹਾਨੂੰ ਇੱਕ ਟਾਈਪ ਪੇਪਰ ਦੇ ਵਿੱਚ ਹਮੇਸ਼ਾ ਮਿਲ ਜਾਂਦੀ ਹੈ। ਸੋ ਇਸ ਕਰਕੇ ਇਹ ਜਿਹੜਾ ਕੁਐਸਚਨ ਹੈਗਾ ਇਹਨੂੰ ਬਹੁਤ ਧਿਆਨ ਨਾਲ ਸਮਝਣਾ ਅਤੇ ਇਹਨੂੰ ਆਪਣੀ ਕਾਪੀ 'ਤੇ ਚਾਹੇ ਨੋਟ ਕਰ ਲਓ। ਇਫ ਯੂ ਵਾਂਟ ਟੂ ਰੀਡ ਇਟ ਫਰੋਮ ਦਾ ਬੁੱਕ ਤਾਂ ਉੱਥੋਂ ਵੀ ਤੁਸੀਂ ਪੜ੍ਹ ਸਕਦੇ ਹੋ। ਓਕੇ ਬੱਚਿਓ, ਸਭ ਤੋਂ ਪਹਿਲੀ ਗੱਲ ਆ ਵੀ ਬਾਇਓਲੋਜੀਕਲ ਸਕਸੈਸ਼ਨ ਜਾਂ ਬਾਇਓਟਿਕ ਸਕਸੈਸ਼ਨ ਕੀ ਚੀਜ਼ ਆ। ਸਪੋਜ਼ ਕਰੋ ਬੱਚਿਓ ਇੱਕ ਓਪਨ ਥਾਂ ਹੈਗੀ ਆ ਜਿੱਥੇ ਕੁਛ ਵੀ ਨਹੀਂ ਉੱਗਿਆ ਹੋਇਆ, ਸਿਰਫ ਪੱਥਰ ਨੇ, ਉੱਥੇ ਕੋਈ ਪਲਾਂਟ ਨਹੀਂ ਹੈਗਾ, ਕੋਈ ਉੱਥੇ ਬੂਟਾ ਨਹੀਂ ਉੱਗਿਆ ਹੋਇਆ, ਉੱਥੇ ਕੋਈ ਜ਼ਿਆਦਾ ਐਨੀਮਲ ਵੀ ਨਹੀਂ ਹੈਗੇ, ਜਿਹਨੂੰ ਆਪਾਂ ਬੰਜਰ ਥਾਂ ਕਹਿ ਸਕਦੇ ਹਾਂ। ਬਿਲਕੁਲ ਉੱਦਾਂ ਦੀ ਇੱਕ ਥਾਂ ਹੈਗੀ ਆ। ਸੋ ਦਿਸ ਇਜ਼ ਇਨਫਰਟਾਈਲ ਲੈਂਡ, ਜਿੱਥੇ ਕੁਛ ਵੀ ਨਹੀਂ ਹੈਗਾ, ਉੱਥੋਂ ਆਪਾਂ ਸ਼ੁਰੂ ਕਰ ਰਹੇ ਹਾਂ। ਸੋ ਜਿਹੜੀ ਇਹ ਬੱਚਿਓ ਥਾਂ ਹੈਗੀ ਆ, ਇਹਦੇ ਵਿੱਚ ਕੀ ਹੋਇਆ ਵੀ ਥੋੜ੍ਹੇ ਚਿਰ ਬਾਅਦ ਇਸ ਲੈਂਡ ਤੋਂ ਕਾਫੀ ਦੂਰ ਮੀਂਹ ਪਿਆ ਸਪੋਜ਼। ਸੋ ਉਹ ਜਿਹੜਾ ਮੀਂਹ ਦਾ ਜਿਹੜਾ ਮੋਇਸਚਰ ਸੀਗਾ
ਜਿਹੜਾ ਉਹਦੇ ਵਾਟਰ ਪੇਪਰ ਸੀਗੇ ਉਹ ਉਸ ਥਾਂ ਦੇ ਉੱਤੇ ਆਏ, ਇਸ ਲੈਂਡ ਦੇ ਉੱਪਰ। ਤਾਂ ਕੀ ਹੋਇਆ ਕਿ ਜਿਹੜੇ ਇਹਦੇ ਪੱਥਰ ਸੀਗੇ, ਇੱਥੇ ਪੱਥਰ ਹੀ ਪੱਥਰ ਪਏ ਸੀ, ਉਹਦੇ ਉੱਪਰ ਉਹ ਜਿਹੜਾ ਮੋਇਸਚਰ ਸੀ ਉਹ ਆ ਕੇ ਲੱਗਿਆ ਪਹਿਲੀ ਵਾਰ। ਉਹਨਾਂ ਪੱਥਰਾਂ ਦੇ ਉੱਪਰ ਇੱਕ ਟਾਈਪ ਦੀ ਕਮਿਊਨਿਟੀ, ਇੱਕ ਟਾਈਪ ਦੇ ਬੂਟੇ ਉੱਗਣੇ ਸ਼ੁਰੂ ਹੋਏ ਜਿਹੜੇ ਕਿ ਹੋ ਸਕਦੇ ਨੇ ਲਾਈਕਨ, ਠੀਕ ਹੈ, ਉਸ ਪੱਥਰਾਂ ਦੇ ਸਰਫੇਸ ਦੇ ਉੱਪਰ। ਸੋ ਜਦੋਂ ਵੀ ਇੱਕ ਪੱਥਰ ਦੇ ਉੱਪਰ ਕੋਈ ਚੀਜ਼ ਉੱਗੇਗੀ ਤਾਂ ਉਹ ਸਭ ਤੋਂ ਪਹਿਲੀ ਚੀਜ਼ ਹੋਏਗੀ ਜਿਹੜੀ ਉੱਥੇ ਗਰੋ ਕੀਤੀ। ਸੋ ਆਪਾਂ ਐਗਜ਼ਾਮਪਲ ਕਾਹਦੀ ਲਈ ਹੈ, ਪੱਥਰਾਂ ਦੇ ਉੱਪਰ ਲਾਈਕਨ ਗਰੋ ਕੀਤੇ। ਕਿਉਂ ਕੀਤੇ? ਕਿਉਂਕਿ ਉਹਨਾਂ ਨੂੰ ਮੋਇਸਚਰ ਮਿਲਿਆ ਸੀ ਥੋੜ੍ਹਾ ਜਿਹਾ। ਸੋ ਸਭ ਤੋਂ ਪਹਿਲੀ ਜਿਹੜੀ ਚੀਜ਼ ਕਿਸੇ ਥਾਂ ਦੇ ਉੱਤੇ ਉੱਗਦੀ ਹੈ ਉਹਨੂੰ ਬੱਚਿਓ ਕਹਿੰਦੇ ਨੇ ਪਾਇਓਨੀਅਰ ਸਪੀਸ਼ੀਜ਼। ਸੋ ਜਿਹੜੀ ਮੈਂ ਤੁਹਾਨੂੰ ਹੁਣੇ ਐਗਜ਼ਾਮਪਲ ਦੱਸੀ ਹੈ ਉਹਦੇ ਵਿੱਚ ਪਾਇਓਨੀਅਰ ਸਪੀਸ਼ੀਜ਼ ਕਾਹਦੀ ਹੈ? ਇਟ ਇਜ਼ ਕਰਸਟੋਜ਼ ਲਾਈਕਨ। ਸੋ ਕਰਸਟੋਜ਼ ਦਾ ਮਤਲਬ ਕੀ ਹੁੰਦਾ? ਜਿਹੜੇ ਕਰਸਟ 'ਤੇ ਉੱਗਣ, ਉਹਦੇ ਸਰਫੇਸ 'ਤੇ ਉੱਗ ਜਾਣ, ਪੱਥਰ ਦੇ ਸਰਫੇਸ 'ਤੇ ਉੱਗ ਗਏ ਆ। ਸੋ ਇਹ ਪਾਇਓਨੀਅਰ ਸਪੀਸ਼ੀ ਹੈ, ਸਭ ਤੋਂ ਪਹਿਲੀ ਸਪੀਸ਼ੀ ਇਸ ਥਾਂ ਦੇ ਉੱਤੇ ਉੱਗਣ ਵਾਲੀ ਕਰਸਟੋਜ਼ ਲਾਈਕਨ ਦੀ ਹੈਗੀ ਆ। ਹੌਲੀ ਹੌਲੀ ਕੀ ਹੁੰਦਾ ਬੱਚਿਓ, ਜਿਹੜੇ ਪੱਥਰ ਨੇ ਉਹ ਹਰੇ ਹਰੇ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਲਾਈਕਨਸ ਕਰਕੇ। ਸੋ ਹੁਣ ਜਦੋਂ ਹੋਰ ਕਿਤੇ ਥੋੜ੍ਹਾ ਬਹੁਤ ਮੋਇਸਚਰ ਆਇਆ ਬਾਅਦ ਦੇ ਵਿੱਚ, ਤਾਂ ਹੋਇਆ ਕੀ ਕਿ ਇਹਨਾਂ ਕਰਸਟੋਜ਼ ਲਾਈਕਨਸ ਦੇ ਉੱਪਰ ਇੱਕ ਉੱਪਰ ਨੂੰ ਉੱਗਣ ਵਾਲੇ ਲਾਈਕਨ ਜਿਹੜੇ ਕਿ ਉੱਚੇ ਉੱਠ ਗਏ ਇਹਨਾਂ ਤੋਂ, ਉਹਨਾਂ ਦੀ ਟਾਈਪ ਉੱਗਣੀ ਸ਼ੁਰੂ ਹੋ ਗਈ। ਸੋ ਦੂਜੀ ਟਾਈਪ ਜਿਹੜੀ ਉੱਥੇ ਉੱਗੀ ਉਹ ਸੀਗੇ ਬੱਚਿਓ ਫੋਲੀਓਜ਼ ਲਾਈਕਨਸ। ਸੋ ਫੋਲੀਓਜ਼ ਦਾ ਮਤਲਬ ਹੁੰਦਾ ਜਿਹੜੇ ਉੱਪਰ ਵਾਲੇ ਪਾਸੇ ਨੂੰ ਵਰਟੀਕਲੀ ਗਰੋ ਕਰਨ ਵਾਲੇ ਲਾਈਕਨ ਹੋਣ। ਸੋ ਕਰਸਟੋਜ਼ ਤਾਂ ਸਿਰਫ ਸਰਫੇਸ 'ਤੇ ਗਰੋ ਕਰਦੇ ਸੀ, ਇਹ ਉਹਨਾਂ ਤੋਂ ਉੱਪਰ ਉੱਠ ਕੇ ਗਰੋ ਕਰਨੇ ਸ਼ੁਰੂ ਕੀਤੇ। ਇਹਦਾ ਮਤਲਬ ਹੈ ਜਿਹੜੇ ਪੱਥਰ ਸੀਗੇ ਉਹਨਾਂ ਦਾ ਸਰਫੇਸ ਦਿਖਣਾ ਬੰਦ ਹੋ ਗਿਆ। ਕਿਉਂ? ਕਿਉਂਕਿ ਉਹਨਾਂ ਦੇ ਉੱਤੇ ਲਾਈਕਨ ਗਰੋ ਕਰ ਗਏ ਸੀ, ਕਰਸਟੋਜ਼ ਵੀ, ਫੋਲੀਓਜ਼ ਵੀ। ਇਸ ਪ੍ਰੋਸੈਸ ਨੂੰ ਥੋੜ੍ਹਾ ਜਿਹਾ ਟਾਈਮ ਲੱਗਿਆ। ਇਸ ਤੋਂ ਬਾਅਦ ਬੱਚਿਓ ਕੀ ਹੁੰਦਾ ਕਿ ਕਾਫੀ ਸਾਲ ਬੀਤਣ ਤੋਂ ਬਾਅਦ ਜਦੋਂ ਇੱਥੇ ਕਰਸਟੋਜ਼ ਲਾਈਕਨ ਤੇ ਫੋਲੀਓਜ਼ ਲਾਈਕਨ ਪੱਥਰਾਂ ਦੇ ਉੱਤੇ ਉੱਗੇ ਤਾਂ ਇੱਥੇ ਮੌਸਿਸ ਵੀ ਡਿਵੈਲਪ ਹੋਣੀਆਂ ਸ਼ੁਰੂ ਹੋ ਗਈਆਂ। ਲਾਈਕਨਸ ਦੇ ਉੱਪਰ ਮੌਸਿਸ ਡਿਵੈਲਪ ਹੋ ਗਈਆਂ। ਸੋ ਮੌਸ ਵੀ ਪੱਥਰ ਨੂੰ ਹਰਾ ਕਰ ਦਿੰਦੀ ਹੈ, ਤੁਹਾਨੂੰ ਪਤਾ ਹੈ ਇਹ ਮੌਸਿਸ ਤੇ ਐਲਗੀ ਉੱਦਾਂ ਦੀਆਂ ਚੀਜ਼ਾਂ ਨੇ। ਸੋ ਹੌਲੀ ਹੌਲੀ ਉੱਥੇ ਕਮਿਊਨਿਟੀ ਡਿਵੈਲਪ ਹੋਣੀ ਸ਼ੁਰੂ ਹੋ ਗਈ, ਉੱਥੇ ਸਟ੍ਰੈਟੀਫਿਕੇਸ਼ਨ ਬਣਨੀ ਸ਼ੁਰੂ ਹੋ ਗਈ, ਠੀਕ ਹੈ। ਸੋ ਮੌਸਿਸ ਥੋੜ੍ਹੀਆਂ ਜਿਹੀਆਂ ਹੋਰ ਉੱਚੀਆਂ ਹੋ ਗਈਆਂ। ਮੌਸਿਸ ਤੋਂ ਬਾਅਦ ਜਦੋਂ ਉੱਥੇ ਮੌਸਿਸ ਡਿਵੈਲਪ ਹੋ ਗਈਆਂ ਉਸ ਏਰੀਏ 'ਚ, ਫਿਰ ਬੱਚਿਓ ਅੱਗੇ ਹਰਬਸ ਵੀ ਡਿਵੈਲਪ ਹੋਈਆਂ ਮੌਸਿਸ ਤੋਂ ਬਾਅਦ। ਸੋ ਜਦੋਂ ਹਰਬਸ ਆ ਗਈਆਂ, ਹਰਬਸ ਮਤਲਬ ਜੜੀਆਂ ਬੂਟੀਆਂ, ਉੱਥੇ ਇਨਵਾਇਰਮੈਂਟ ਵੀ ਵਧੀਆ ਹੋਣਾ ਸ਼ੁਰੂ ਹੋਇਆ ਹੌਲੀ ਹੌਲੀ। ਆਲੇ ਦੁਆਲੇ ਥੋੜ੍ਹਾ ਬਹੁਤ ਮੀਂਹ ਵੀ ਪੈਂਦਾ ਸੀ, ਪਹਿਲਾਂ ਤਾਂ ਮੀਂਹ ਨਹੀਂ ਸੀ ਪੈਂਦੇ ਉੱਥੇ, ਇਸੇ ਕਰਕੇ ਬੰਜਰ ਜ਼ਮੀਨ ਸੀਗੀ। ਸੋ ਹਰਬਸ ਤੋਂ ਬਾਅਦ ਜਿਹੜੇ ਬੱਚੇ ਉੱਥੇ ਬੂਟੇ ਉੱਗੇ ਉਹ ਸੀਗੇ ਸ਼ਰਬਸ। ਸੋ ਸ਼ਰਬਸ ਮਤਲਬ ਝਾੜੀਆਂ, ਉੱਚੇ ਬੂਟੇ। ਸੋ ਇਹ ਬੂਟੇ ਤੇ ਹਰਬਸ ਕਿਉਂ ਹੋਈਆਂ? ਕਿਉਂਕਿ ਇਹਨਾਂ ਤੋਂ ਪਹਿਲਾਂ ਮੌਸਿਸ, ਉਹਨਾਂ ਤੋਂ ਪਹਿਲਾਂ ਫੋਲੀਓਜ਼, ਉਹਨਾਂ ਤੋਂ ਪਹਿਲਾਂ ਕਰਸਟੋਜ਼ ਲਾਈਕਨਸ ਉੱਥੇ ਉੱਗ ਚੁੱਕੇ ਸੀ, ਠੀਕ ਹੈ। ਇਸੇ ਕਰਕੇ ਬੱਚਿਓ ਇਹਨੂੰ ਸਕਸੈਸ਼ਨ ਕਹਿੰਦੇ ਆ। ਸਕਸੈਸ਼ਨ ਦਾ ਮਤਲਬ ਪਹਿਲਾਂ ਇੱਕ ਉੱਗਿਆ, ਫਿਰ ਉਸ ਤੋਂ ਬਾਅਦ ਦੂਜਾ, ਫਿਰ ਤੀਜਾ, ਫਿਰ ਚੌਥਾ, ਫਿਰ ਪੰਜਵਾਂ, ਫਿਰ ਛੇਵਾਂ। ਇਹ ਸਕਸੈਸ਼ਨ ਹੈ, ਠੀਕ ਹੈ। ਸੋ ਜਦੋਂ ਉੱਥੇ ਸ਼ਰਬਸ ਉੱਗ ਜਾਂਦੀਆਂ ਨੇ, ਸ਼ਰਬਸ ਉੱਗਣ ਤੋਂ ਬਾਅਦ ਉੱਥੇ ਬੱਚਿਓ ਇੱਕ ਟਰੀਜ਼ ਦੀ ਗਰੋਥ ਸ਼ੁਰੂ ਹੋ ਜਾਂਦੀ ਹੈ। ਸੋ ਜਿੱਥੇ ਸ਼ਰਬਸ ਨੇ ਉੱਥੇ ਟਰੀਜ਼ ਵੀ ਉੱਗਣੇ ਸ਼ੁਰੂ ਹੋ ਜਾਂਦੇ ਆ, ਠੀਕ ਹੈ। ਸੋ ਟਰੀਜ਼ ਤੋਂ ਬਾਅਦ ਉਹ ਬੱਚਿਓ ਇੱਕ ਸਟੇਜ ਆਉਂਦੀ ਹੈ ਜਦੋਂ ਉਹ ਫੋਰੈਸਟ ਬਣ ਜਾਂਦਾ। ਸੋ ਦੈਨ ਵੀ ਹੈਵ ਅ ਸਟੇਜ ਵਿਚ ਇਜ਼ ਕਾਲਡ ਐਜ਼ ਅ ਫੋਰੈਸਟ ਸਟੇਜ। ਸੋ ਫੋਰੈਸਟ ਸਟੇਜ ਦੇ ਵਿੱਚ ਕੀ ਖਾਸ ਹੈ ਕਿ ਇੱਥੇ ਸਟ੍ਰੈਟੀਫਿਕੇਸ਼ਨ ਹੋ ਚੁੱਕੀ ਹੈ, ਸਟ੍ਰੈਟੀਫਾਈਡ ਹੈ। ਇੱਥੇ ਸਾਰੇ ਟਾਈਪ ਦੇ ਬੂਟੇ ਉੱਗ ਚੁੱਕੇ ਆ, ਛੋਟਿਆਂ ਤੋਂ ਲੈ ਕੇ ਵੱਡੇ ਤੱਕ ਦੇ। ਹੁਣ ਫਾਈਨਲੀ ਜਿਹੜਾ ਬੱਚਿਓ ਫੋਰੈਸਟ ਹੈ ਉਹਦੇ ਵਿੱਚ ਕਿਸ ਟਾਈਪ ਦੇ ਟਰੀਜ਼ ਉੱਗੇ ਹੋਏ ਨੇ, ਜਿੱਦਾਂ
ਸਪੋਜ਼ ਕਰੋ ਉੱਥੇ ਓਕ ਦੇ ਟਰੀ ਨੇ, ਇਟ ਹੈਜ਼ ਗਾਟ ਓਕ ਟਰੀਜ਼ ਜਿਹੜੇ ਕਿ ਬਹੁਤ ਉੱਚੇ ਨੇ ਤੇ ਆਪਾਂ ਨੂੰ ਦੂਰੋਂ ਹੀ ਦਿਖਦੇ ਆ। ਸੋ ਇਹਨਾਂ ਦੇ ਨਾਮ ਦੇ ਉੱਪਰ ਜਿਹੜਾ ਫੋਰੈਸਟ ਹੋਏਗਾ ਉਹਦਾ ਨਾਂ ਕੀ ਪਏਗਾ? ਓਕ ਫੋਰੈਸਟ, ਵੀ ਇਹ ਓਕ ਦਾ ਫੋਰੈਸਟ ਹੈ। ਅਦਰਵਾਈਜ਼ ਉੱਥੇ ਤਾਂ ਹੋਰ ਵੀ ਚੀਜ਼ਾਂ ਨੇ, ਠੀਕ ਹੈ, ਪਰ ਓਕ ਦੇ ਦਰਖਤ ਸਭ ਤੋਂ ਜ਼ਿਆਦਾ ਨੇ। ਸੋ ਇਸ ਕਰਕੇ ਜਿਹੜੀ ਫਾਈਨਲ ਦੇ ਵਿੱਚ ਸਪੀਸ਼ੀ ਉਗਦੀ ਆ, ਜਿਵੇਂ ਕਿ ਓਕ ਟਰੀਜ਼ ਆਪਾਂ ਇੱਥੇ ਲੈ ਰਹੇ ਹਾਂ, ਸੋ ਓਕ ਸਪੀਸ਼ੀਜ਼ ਨੂੰ ਆਪਾਂ ਕੀ ਕਹਾਂਗੇ? ਇਟ ਵਿਲ ਬੀ ਕਾਲਡ ਐਜ਼ ਦੀ ਕਲਾਈਮੈਕਸ ਕਮਿਊਨਿਟੀ। ਸੋ ਸਭ ਤੋਂ ਪਹਿਲੀ ਜਿਹੜੀ ਕਮਿਊਨਿਟੀ ਸੀ ਦੈਟ ਵਾਜ਼ ਕਾਲਡ ਐਜ਼ ਦੀ ਪਾਇਓਨੀਅਰ ਸਪੀਸ਼ੀਜ਼, ਸਭ ਤੋਂ ਪਹਿਲੀ। ਜਿਹੜੀ ਸਭ ਤੋਂ ਲਾਸਟ ਹੋਏਗੀ ਦੈਟ ਵਿਲ ਬੀ ਦੀ ਕਲਾਈਮੈਕਸ ਕਮਿਊਨਿਟੀ ਔਰ ਕਲਾਈਮੈਕਸ ਸਪੀਸ਼ੀਜ਼। ਸੋ ਇੱਥੇ ਕਮਿਊਨਿਟੀ ਦੀ ਥਾਂ ਤੇ ਯੂ ਕੈਨ ਗੋ ਵਿਦ ਸਪੀਸ਼ੀਜ਼। ਪਹਿਲੀ ਪਾਇਓਨੀਅਰ, ਲਾਸਟ ਕਲਾਈਮੈਕਸ। ਉਹਦੇ ਵਿੱਚ ਵਾਲੀਆਂ ਜਿਹੜੀਆਂ ਸਪੀਸ਼ੀਜ਼ ਨੇ, ਚਾਹੇ ਹਰਬਸ ਨੇ ਚਾਹੇ ਸ਼ਰਬਸ ਨੇ, ਦੇ ਆਰ ਦੀ ਟ੍ਰਾਂਜ਼ੀਸ਼ਨਲ ਸਪੀਸ਼ੀਜ਼, ਠੀਕ ਹੈ। ਸੋ ਹੁਣ ਕਈ ਸਾਲਾਂ ਬਾਅਦ ਇਹ ਸਾਰੀਆਂ ਚੀਜ਼ਾਂ ਉਗਣ ਦੇ ਵਿੱਚ ਕਾਫੀ ਟਾਈਮ ਲੱਗਿਆ। ਸਪੋਜ਼ ਇਟ ਟੁਕ ਲਾਈਕ 500 years, ਸਪੋਜ਼। ਸੋ ਅਲੱਗ-ਅਲੱਗ ਸਕਸੈਸ਼ਨ ਲਈ ਅਲੱਗ-ਅਲੱਗ ਟਾਈਮ ਲੱਗ ਸਕਦਾ। ਸੋ ਇੰਨਾ ਜ਼ਿਆਦਾ ਟਾਈਮ ਲੱਗ ਸਕਦਾ, ਕਈਆਂ 'ਚ ਹਜ਼ਾਰਾਂ ਸਾਲ ਲੱਗ ਜਾਂਦੇ ਆ, ਠੀਕ ਹੈ, ਸਟ੍ਰੈਟੀਫਿਕੇਸ਼ਨ ਹੋਣ 'ਚ। ਜੇ ਆਪਾਂ ਇਸ ਲੈਂਡ ਦੀ ਗੱਲ ਕਰੀਏ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ, ਉੱਥੇ ਕੁਛ ਨਹੀਂ ਸੀਗਾ, ਪਰ ਅੱਜ ਉੱਥੇ ਕੀ ਹੈ? ਉੱਥੇ ਇੱਕ ਓਕ ਫੋਰੈਸਟ ਹੈ ਜਿਹਦੇ ਵਿੱਚ ਬੜੇ ਟਾਈਪ ਦੇ ਹਰਬਸ, ਸ਼ਰਬਸ, ਸਭ ਕੁਛ। ਸੋ ਇਹ ਵਾਲੀ ਚੀਜ਼ ਨੂੰ ਕਹਿੰਦੇ ਨੇ ਬਾਇਓਲੋਜੀਕਲ ਸਕਸੈਸ਼ਨ। ਇੱਥੇ ਐਨੀਮਲਸ ਵੀ ਇੱਦਾਂ ਹੀ ਗਰੋ ਕਰੂਗੇ ਜਿੱਦਾਂ ਕਿ ਪਲਾਂਟਸ ਕੀਤੇ ਨੇ। ਆਪਾਂ ਇਹ ਪਲਾਂਟ ਦੀ ਐਗਜ਼ਾਮਪਲ ਲੈ ਰਹੇ ਹਾਂ ਇੱਥੇ। ਮੇਰੀ ਗੱਲ ਸਮਝ ਆ ਗਈ ਸਭ ਨੂੰ? ਸੋ ਇਹ ਜਿਹੜਾ ਬਾਇਓਲੋਜੀਕਲ ਸਕਸੈਸ਼ਨ ਦਾ ਕਨਸੈਪਟ ਆ, ਇਹਦੇ ਵਿੱਚ ਬੱਚਿਓ ਜਿਹੜੀ ਆਪਾਂ ਹੁਣੇ ਐਗਜ਼ਾਮਪਲ ਇੱਥੇ ਪੜ੍ਹੀ ਆ, ਜਿਹੜੀ ਕਿ ਸ਼ੁਰੂ ਹੁੰਦੀ ਆ ਇਨਫਰਟਾਈਲ ਲੈਂਡ ਤੋਂ, ਉਹਦੇ ਵਿੱਚ ਕਰਸਟੋਜ਼ ਲਾਈਕਨ ਉੱਗੇ, ਨੰਬਰ 1, ਨੰਬਰ 2 ਫੋਲੀਓਜ਼, ਫਿਰ ਮੌਸਿਸ, ਫਿਰ ਹਰਬਸ, ਫਿਰ ਸ਼ਰਬਸ, ਫਿਰ ਟਰੀਜ਼, ਫਿਰ ਫੋਰੈਸਟ ਬਣ ਗਿਆ। ਇਹ ਵਾਲੀ ਜਿਹੜੀ ਬਾਇਓਲੋਜੀਕਲ ਸਕਸੈਸ਼ਨ ਦੀ ਐਗਜ਼ਾਮਪਲ ਆ, ਇਹਨੂੰ ਬੱਚਿਓ ਕਹਿੰਦੇ ਆ ਲਿਥੋਸੀਅਰ। ਲਿਥੋਸੀਅਰ ਦਾ ਮਤਲਬ ਹੈ ਲੈਂਡ ਦੇ ਉੱਤੇ ਹੋਣ ਵਾਲੀ ਸਕਸੈਸ਼ਨ। ਇਹਨੂੰ ਜ਼ੀਰੋ ਸੀਅਰ ਵੀ ਕਹਿੰਦੇ ਆ। ਜ਼ੀਰੋ ਸੀਅਰ ਮਤਲਬ ਦੇਖੋ, ਜ਼ੀਰੋ ਫਿਟਿਕ ਕੰਡੀਸ਼ਨਸ ਕੀ ਹੁੰਦੀਆਂ? ਜਿੱਥੇ ਮੀਂਹ ਬਿਲਕੁਲ ਨਾ ਪਵੇ, ਪਾਣੀ ਬਿਲਕੁਲ ਨਹੀਂ ਹੈਗਾ, ਠੀਕ ਹੈ, ਬਿਲਕੁਲ ਬੰਜਰ ਜ਼ਮੀਨ ਹੈ, ਉੱਥੇ ਸਿਰਫ ਪੱਥਰ ਨੇ। ਆਪਾਂ ਉੱਥੋਂ ਹੀ ਸ਼ੁਰੂ ਕੀਤਾ ਸੀ। ਸੋ ਲੈਂਡ 'ਤੇ ਹੋਣ ਵਾਲੀ ਲਿਥੋਸੀਅਰ, ਜ਼ੀਰੋ ਸੀਅਰ ਮਤਲਬ ਜਿੱਥੇ ਬਿਲਕੁਲ ਪਾਣੀ ਨਹੀਂ ਹੈਗਾ। ਇਹ ਦੋਵੇਂ ਇੱਕੋ ਹੀ ਚੀਜ਼ ਹੈ, ਚਾਹੇ ਲਿਥੋਸੀਅਰ ਲਿਖ ਲਓ ਚਾਹੇ ਜ਼ੀਰੋ ਸੀਅਰ ਲਿਖ ਲਓ। ਇਹ ਇੱਕ ਟਾਈਪ ਦੀ ਬਾਇਓਲੋਜੀਕਲ ਸਕਸੈਸ਼ਨ ਦੀ ਪ੍ਰੋਸੈਸ ਹੈ, ਉਹਦੀ ਟਾਈਪ ਹੈ। ਸੋ ਲਿਥੋਸੀਅਰ ਇਜ਼ ਦੀ ਫਸਟ ਟਾਈਪ ਆਫ ਬਾਇਓਲੋਜੀਕਲ ਸਕਸੈਸ਼ਨ, ਜਿਹਦੇ ਵਿੱਚ ਇਹ ਵਾਲੀ ਐਗਜ਼ਾਮਪਲ ਆਉਣੀ ਹੈ, ਠੀਕ ਹੈ। ਓਕੇ ਬੱਚਿਓ, ਸੋ ਤੁਸੀਂ ਕੀ ਕਰਨਾ ਹੈ ਕਿ ਲਿਥੋਸੀਅਰ ਨੂੰ ਆਪਣੀ ਕਾਪੀ ਦੇ ਵਿੱਚ ਬਣਾ ਕੇ ਇਹਦੇ ਵਿੱਚ ਮਿਨੀਮਮ 2 ਐਗਜ਼ਾਮਪਲਾਂ ਹਰੇਕ ਸਪੀਸ਼ੀ ਦੀਆਂ ਲਿਖਣੀਆਂ ਨੇ। ਜਿੱਦਾਂ ਤੁਸੀਂ ਸਟਾਰਟ ਕੀਤਾ ਵਿਦ ਬਾਇਓਲੋਜੀਕਲ ਸਕਸੈਸ਼ਨ, ਇਹ ਬੱਚਿਓ 2 ਟਾਈਪ ਦੀ ਹੁੰਦੀ ਹੈ, ਹੁਣੇ ਮੈਂ ਤੁਹਾਨੂੰ ਦੱਸਦਾ। ਸਪੋਜ਼ ਜਿਹੜੀ ਪਹਿਲੀ ਟਾਈਪ ਆ ਉਹ ਹੈਗੀ ਆ, ਫਸਟ ਟਾਈਪ ਇਜ਼ ਲਿਥੋਸੀਅਰ, ਜਿਹੜੀ ਕਿ ਲੈਂਡ 'ਤੇ ਹੁੰਦੀ ਆ। ਦੂਜੀ ਬੱਚਿਓ ਹੁੰਦੀ ਆ ਹਾਈਡਰੋਸੀਅਰ। ਹਾਈਡਰੋਸੀਅਰ ਮਤਲਬ ਜਿਹੜੀ ਪਾਣੀ 'ਚ ਹੁੰਦੀ ਹੈ, ਉਹ ਆਪਾਂ ਬਾਅਦ 'ਚ ਕਰਾਂਗੇ ਐਗਜ਼ਾਮਪਲ ਉਹਦੀ। ਸੋ ਲਿਥੋਸੀਅਰ ਜਦੋਂ ਤੁਸੀਂ ਪਹਿਲੀ ਸ਼ੁਰੂ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਇਹ ਵਾਲੀਆਂ ਸਟੇਜਿਸ ਲਿਖਣੀਆਂ। ਪਹਿਲੀ ਸਟੇਜ ਵਿਲ ਬੀ ਕਰਸਟੋਜ਼ ਲਾਈਕਨ ਸਟੇਜ। ਹੁਣ ਇਹਦੇ ਵਿੱਚ ਕੋਈ 2 ਐਗਜ਼ਾਮਪਲਸ ਤੁਸੀਂ ਆਪਣੇ ਵਿੱਚ ਐਡ ਕਰ ਲੈਣੀਆਂ ਕਿ ਇਹ ਵਾਲੀਆਂ 2 ਜਿਹੜੀਆਂ ਕਰਸਟੋਜ਼ ਲਾਈਕਨ ਦੀਆਂ ਸਪੀਸ਼ੀਜ਼ ਆ, ਉਹ ਗਰੋ ਕਰਦੀਆਂ ਨੇ ਇਨ ਦਿਸ ਪਰਟੀਕੂਲਰ ਲੈਂਡ। ਉਸ ਤੋਂ ਬਾਅਦ ਦਾ ਸੈਕਿੰਡ ਸਟੇਜ ਇਜ਼ ਆਫ ਦੀ ਫੋਲੀਓਜ਼ ਲਾਈਕਨ ਸਟੇਜ। ਇਹਦੇ ਵਿੱਚ ਵੀ 2 ਐਗਜ਼ਾਮਪਲਸ ਆਪਾਂ ਕਰ ਲੈਣੀਆਂ ਨੇ, ਠੀਕ ਹੈ।
ਨੈਕਸਟ ਮੌਸਿਸ, ਇਹਦੀਆਂ ਵੀ 2 ਐਗਜ਼ਾਮਪਲਸ ਐਡ ਕਰੋ। ਹਰਬਸ ਦੀਆਂ 2 ਐਗਜ਼ਾਮਪਲ, ਸ਼ਰਬਸ ਦੀਆਂ, ਫਿਰ ਟਰੀਜ਼ ਦੀਆਂ ਐਗਜ਼ਾਮਪਲਾਂ ਐਡ ਕਰੋ। ਸੋ ਬੱਚਿਓ ਲਿਥੋਸੀਅਰ ਤੋਂ ਬਾਅਦ ਜਿਹੜੀ ਦੂਜੀ ਟਾਈਪ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ। ਦਿਸ ਇਜ਼ ਦੀ ਹਾਈਡਰੋਸੀਅਰ। ਨਾਓ ਜਿਹੜੀ ਹਾਈਡਰੋਸੀਅਰ ਹੈ ਬੱਚਿਓ, ਇਹ ਕੀ ਚੀਜ਼ ਹੈ? ਹਾਈਡਰੋਸੀਅਰ ਰੈਫਰਸ ਟੂ ਦੀ ਸਕਸੈਸ਼ਨ ਇਨ ਵਾਟਰ। ਇਹਦਾ ਮਤਲਬ ਜਿਹੜਾ ਹਾਈਡਰੋ ਵਰਡ ਹੈ, ਹਾਈਡਰੋ ਦਾ ਮਤਲਬ ਕੀ ਹੁੰਦਾ? ਵਾਟਰ। ਸੋ ਪਾਣੀ ਦੇ ਵਿੱਚ ਇਹ ਹਾਈਡਰੋਸੀਅਰ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ। ਸੋ ਵੀ ਸਟਾਰਟ ਵਿਦ ਦਾ, ਸਪੋਜ਼ ਇੱਕ ਬਹੁਤ ਵੱਡਾ ਪਾਣੀ ਦਾ ਇੱਕ ਪੌਂਡ ਹੈਗਾ। ਪੌਂਡ ਇਨ ਦੀ ਸੈਂਸ ਕਿ ਉੱਥੇ ਕੋਈ ਵੈਸੇ ਕਮਿਊਨਿਟੀ ਨਹੀਂ ਹੈਗੀ ਅਜੇ। ਸੋ ਪਾਣੀ ਹੈ, ਬੜਾ ਇੱਕ ਵਾਟਰ ਬੋਡੀ ਹੈ ਬੜੀ ਵੱਡੀ। ਉਹਦੇ ਵਿੱਚ ਕੀ ਹੁੰਦਾ ਕਿ ਸਭ ਤੋਂ ਪਹਿਲੀ ਜਿਹੜੀ ਸਪੀਸ਼ੀ ਉੱਥੇ ਉੱਗਣੀ ਸ਼ੁਰੂ ਹੁੰਦੀ ਆ, ਉਹ ਹੁੰਦੀ ਆ ਬੱਚਿਓ ਪਲੈਂਕਟਨ ਸਟੇਜ। ਇਹ ਸਭ ਤੋਂ ਪਹਿਲੀ ਸਟੇਜ ਆਉਂਦੀ ਆ ਉਹਦੇ 'ਚ। ਸੋ ਪਲੈਂਕਟਨ ਸਟੇਜ ਉੱਥੇ ਉੱਗਣੀ ਸ਼ੁਰੂ ਹੋ ਗਈ ਹੈ, ਉੱਥੇ ਪਲੈਂਕਟਨਸ ਉੱਗਣੇ ਸ਼ੁਰੂ ਹੋ ਗਏ ਨੇ। ਸੋ ਮੈਂ ਤੁਹਾਨੂੰ ਕੋਈ 1 ਜਾਂ 2 ਐਗਜ਼ਾਮਪਲਸ ਇਹਦੀਆਂ ਦੱਸ ਦੂੰਗਾ। ਜਿੱਦਾਂ ਫਾਈਟੋ ਪਲੈਂਕਟਨਸ ਹੋ ਗਏ, ਜ਼ੂ ਪਲੈਂਕਟਨਸ ਹੋ ਗਏ, ਉਹ ਉੱਥੇ ਸਭ ਤੋਂ ਪਹਿਲਾਂ ਉੱਗਦੇ ਆ। ਕਿੱਥੇ? ਹਾਈਡਰੋਸੀਅਰ ਦੇ ਵਿੱਚ, ਪਾਣੀ ਦੇ ਕੇਸ ਦੇ ਵਿੱਚ। ਉਸ ਤੋਂ ਬਾਅਦ ਬੱਚਿਓ ਜਿਹੜੀ ਸਟੇਜ ਆਉਂਦੀ ਹੈ ਉਹ ਆਉਂਦੀ ਹੈ ਰੂਟਿਡ ਸਬਮਰਜਡ ਸਟੇਜ। ਰੂਟਿਡ ਸਬਮਰਜਡ ਦਾ ਕੀ ਮਤਲਬ ਹੈ ਕਿ ਉੱਥੇ ਉਹ ਬੂਟੇ ਉੱਗਣੇ ਸ਼ੁਰੂ ਹੁੰਦੇ ਆ ਜਿਨ੍ਹਾਂ ਦੀਆਂ ਰੂਟਸ ਹੈਗੀਆਂ। ਇਹਦਾ ਮਤਲਬ ਉਹ ਮਿੱਟੀ ਦੇ ਵਿੱਚ ਉੱਗਦੇ ਆ ਪਰ ਉਹ ਪਾਣੀ 'ਚ ਡੁੱਬੇ ਹੋਏ ਨੇ, ਸਬਮਰਜਡ ਨੇ। ਠੀਕ ਹੈ। ਇਹਦੀਆਂ ਜਿਹੜੀਆਂ ਐਗਜ਼ਾਮਪਲਸ ਆ, ਯੂ ਕੈਨ ਹੈਵ ਲਾਈਕ ਵੈਲਿਸਨੇਰੀਆ, ਯੂਟ੍ਰਿਕੁਲੇਰੀਆ, ਇਲੌਡੀਆ, ਹਾਈਡਰੇਲਾ। ਤੁਸੀਂ ਕੋਈ 2 ਐਗਜ਼ਾਮਪਲਾਂ ਲੈ ਸਕਦੇ ਹੋ। ਠੀਕ ਹੈ। ਤੀਜੀ ਸਟੇਜ ਬੱਚਿਓ ਜਿਹੜੀ ਇਹਨਾਂ ਤੋਂ ਬਾਅਦ ਬਣਦੀ ਆ ਉਹ ਹੁੰਦੀ ਹੈ ਰੂਟਿਡ ਫਲੋਟਿੰਗ ਸਟੇਜ। ਸੋ ਇਹ ਰੂਟਿਡ ਵੀ ਨੇ ਪਰ ਫਲੋਟ ਕਰਦੇ ਆ। ਇਹਦਾ ਮਤਲਬ ਇਹ ਥੋੜ੍ਹੇ ਲੰਬੇ ਆ, ਜਾਂ ਇਹਨਾਂ ਦੀਆਂ ਰੂਟਸ ਥੱਲੇ ਨਹੀਂ ਉੱਗਦੀਆਂ, ਪੌਂਡ ਦੇ ਸੈਂਟਰ ਜਿਹੇ 'ਚ ਉੱਗ ਜਾਂਦੇ ਆ ਇਹ, ਅਤੇ ਉੱਪਰ ਫਲੋਟ ਕਰਦੇ ਆ ਪਾਣੀ ਦੇ ਉੱਪਰ। ਸੋ ਇਹਨਾਂ 'ਚ ਐਗਜ਼ਾਮਪਲਸ ਹੋ ਸਕਦੀਆਂ ਜਿੱਦਾਂ ਅਜ਼ੂਲਾ ਹੈਗਾ, ਵੁਲਫੀਆ ਹੈਗਾ, ਨਿੰਫੀਆ ਹੈਗਾ। ਇਹ ਐਗਜ਼ਾਮਪਲਾਂ ਤੁਸੀਂ ਇਹਦੇ 'ਚ ਪਾ ਸਕਦੇ ਹੋ। ਜਦੋਂ ਬੱਚੇ ਉਹ ਰੂਟਿਡ ਫਲੋਟਿੰਗ ਬੂਟੇ ਉੱਥੇ ਬਣ ਜਾਂਦੇ ਆ, ਉਸ ਤੋਂ ਬਾਅਦ ਅਗਲੀ ਸਟੇਜ ਆਉਂਦੀ ਹੈ ਬੱਚਿਓ ਰੀਡ ਸਵੈਂਪ ਦੀ। ਰੀਡ ਸਵੈਂਪ ਸਟੇਜ। ਸੋ ਜਿਹੜੀ ਰੀਡ ਸਵੈਂਪ ਸਟੇਜ ਹੈ ਇਹਨੂੰ ਐਮਫੀਬੀਅਸ ਸਟੇਜ ਵੀ ਕਿਹਾ ਜਾਂਦਾ। ਸੋ ਇੱਥੇ ਰੂਟਿਡ ਬੂਟੇ ਜ਼ਰੂਰ ਹੁੰਦੇ ਆ ਪਰ ਉਹ ਪਾਣੀ ਤੋਂ ਬਾਹਰ ਵੀ ਨਿਕਲੇ ਹੁੰਦੇ ਨੇ। ਠੀਕ ਹੈ, ਐਕਸਪੋਜ਼ਡ ਹੁੰਦੇ ਨੇ ਬਾਹਰ। ਸੋ ਦੈਟ ਇਜ਼ ਕਾਲਡ ਐਜ਼ ਅ ਰੀਡ ਸਵੈਂਪ। ਸੋ ਇਹਦੇ 'ਚ ਸੈਜੀਟੇਰੀਆ ਆ ਸਕਦਾ, ਟਾਈਫਾ ਵੀ ਇੱਕ ਐਗਜ਼ਾਮਪਲ ਆ ਸਕਦੀ ਹੈ। ਸੋ ਇੱਦਾਂ ਦੇ ਬੂਟੇ ਉੱਥੇ ਉੱਗਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਕਿ ਬਾਹਰ ਆ ਜਾਂਦੇ ਆ ਪਾਣੀ ਤੋਂ। ਨੈਕਸਟ ਜਿਹੜੀ ਬੱਚਿਓ ਆਪਣੇ ਕੋਲ ਸਟੇਜ ਬਣਦੀ ਆ ਉਹ ਹੁੰਦੀ ਆ ਸੈਜ ਮੀਡੋ ਸਟੇਜ। ਸੋ ਜਿਹੜੀ ਸੈਜ ਮੀਡੋ ਸਟੇਜ ਹੈ ਬੱਚਿਓ, ਇਹ ਇੱਕ ਤਰ੍ਹਾਂ ਦੀ ਮੈਟ ਲਾਈਕ ਵੈਜੀਟੇਸ਼ਨ ਇਹ 'ਚ ਡਿਵੈਲਪ ਹੁੰਦੀ ਹੈ। ਜਿੱਦਾਂ ਥੋੜ੍ਹੀ ਜਿਹੀ ਦਲਦਲ ਡਿਵੈਲਪ ਹੋ ਜਾਂਦੀ ਹੈ, ਥੋੜ੍ਹੀ ਜਿਹੀ ਸੋਇਲ ਬਣ ਜਾਂਦੀ ਹੈ, ਕਿਉਂਕਿ ਜਿਹੜੇ ਬੂਟੇ ਇਸ ਤੋਂ ਪਹਿਲਾਂ ਉੱਗੇ ਸੀ A B C ਜਾਂ D, ਉਹ ਬੱਚਿਓ ਹੌਲੀ ਹੌਲੀ ਮਰਦੇ ਵੀ ਨੇ। ਉਹ ਜਦੋਂ ਮਰਦੇ ਆ ਤਾਂ ਉਹਨਾਂ ਦਾ ਬਾਇਓਮਾਸ ਵਿੱਚ ਗਿਰ ਜਾਂਦਾ ਉਸ ਪੌਂਡ ਦੇ ਵਿੱਚ। ਸੋ ਹੌਲੀ ਹੌਲੀ ਉਹ ਥੱਲਿਓਂ ਭਰਨਾ ਵੀ ਸ਼ੁਰੂ ਹੋ ਜਾਂਦਾ। ਜਦੋਂ ਉਹ ਭਰਦਾ ਤਾਂ ਉਹਦੇ 'ਚ ਕੀ ਹੁੰਦਾ ਕਿ ਥੋੜ੍ਹੀ ਥੋੜ੍ਹੀ ਸੋਇਲ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ, ਪਾਣੀ ਘਟਣਾ ਸ਼ੁਰੂ ਹੋ ਜਾਂਦਾ ਅਤੇ ਮਿੱਟੀ ਵਧਣੀ ਸ਼ੁਰੂ ਹੋ ਜਾਂਦੀ ਹੈ। ਸੋ ਹੌਲੀ ਹੌਲੀ ਸੈਜ ਮੀਡੋ ਸਟੇਜ ਥੋੜ੍ਹੀ ਦਲਦਲੀ ਸਟੇਜ ਡਿਵੈਲਪ ਹੋਣੀ ਸ਼ੁਰੂ ਹੁੰਦੀ ਹੈ, ਜਿਹਦੇ ਵਿੱਚ ਐਗਜ਼ਾਮਪਲਸ ਆ ਸਕਦੀਆਂ ਜਿੱਦਾਂ ਕਿ ਤੁਸੀਂ ਪੋਲੀਗੋਨਮ ਦੀ ਐਗਜ਼ਾਮਪਲ ਆ ਸਕਦੀ ਹੈ, ਕੈਲਥਾ ਦੀ ਐਗਜ਼ਾਮਪਲ ਆ ਸਕਦੀ ਹੈ, ਡਾਇਓ ਕੈਂਥੀਅਮ ਦੀ ਐਗਜ਼ਾਮਪਲ ਆ ਸਕਦੀ ਹੈ। ਠੀਕ ਹੈ, ਸਾਈਪਰਸ ਵੀ ਇਹਦੀ ਐਗਜ਼ਾਮਪਲ ਆ। ਸੋ ਇੱਦਾਂ ਦੇ ਜਿਹੜੇ ਬੂਟੇ ਆ ਉਹ ਉੱਥੇ ਉੱਗਣੇ ਸ਼ੁਰੂ ਹੋ ਜਾਂਦੇ ਆ, ਅਤੇ ਜਦੋਂ ਤੱਕ ਥੋੜ੍ਹੀ ਜਿਹੀ ਮੈਟ ਫੋਰਮੇਸ਼ਨ ਜਦੋਂ ਹੁੰਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਉੱਚੇ ਬੂਟੇ ਵੀ ਉੱਗਣੇ ਸ਼ੁਰੂ ਹੁੰਦੇ ਆ। ਸੋ ਨੈਕਸਟ ਸਟੇਜ ਇਜ਼ ਦੀ ਵੁੱਡਲੈਂਡ ਸਟੇਜ। ਸੋ ਇੱਥੇ ਕੀ ਹੋਏਗਾ ਕਿ ਕਾਫੀ ਸਾਰੇ ਟਰੀਜ਼ ਇੱਥੇ ਉੱਗਣੇ ਸ਼ੁਰੂ ਹੋ ਜਾਣਗੇ, ਸ਼ਰਬੀ ਪਲਾਂਟਸ ਉੱਗਣੇ ਸ਼ੁਰੂ ਹੋ ਜਾਣਗੇ। ਸੋ ਇਹਦੇ ਵਿੱਚ ਕੋਰਨਸ ਆ ਸਕਦੀ ਹੈ ਐਗਜ਼ਾਮਪਲ, ਐਲਮਸ ਆ ਸਕਦੀ ਹੈ।
ਸੋ ਤੁਸੀਂ ਕੋਈ ਦੋ ਐਗਜ਼ਾਮਪਲਸ ਇਹਦੇ 'ਚ ਐਡ ਕਰ ਸਕਦੇ ਹੋ। ਸੋ ਵੁੱਡਲੈਂਡ ਸਟੇਜ ਤੋਂ ਬਾਅਦ ਲਾਸਟ ਬੱਚਿਓ ਜਿਹੜੀ ਸਟੇਜ ਹੈ ਉਹ ਆ ਜਾਂਦੀ ਆ, ਵੀ ਹੈਵ ਦੀ ਫੋਰੈਸਟ ਸਟੇਜ। ਸੋ ਇਹ ਇੱਥੇ ਦੀ ਲਾਸਟ ਸਟੇਜ ਹੈ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਜਾਣਗੀਆਂ, ਜਦੋਂ ਵੁੱਡਲੈਂਡ ਬਣ ਜਾਏਗਾ, ਐਂਡ ਦੇ ਉੱਪਰ ਉਸ ਥਾਂ ਦੇ ਉੱਤੇ ਇੱਕ ਫੋਰੈਸਟ ਡਿਵੈਲਪ ਹੋ ਜਾਏਗਾ, ਐਂਡ ਇਹਨੂੰ ਹੀ ਆਪਾਂ ਹਾਈਡਰੋਸੀਅਰ ਕਹਿੰਦੇ ਆ। ਮਤਲਬ ਇੱਕ ਪਾਣੀ ਦੀ ਬੋਡੀ ਦੇ ਵਿੱਚ ਇਹ ਸਾਰਾ ਕੁਝ ਡਿਵੈਲਪ ਹੋ ਗਿਆ। ਸੋ ਇਹ ਬੱਚਿਓ ਇੱਕ ਬੜੀ ਹੀ ਇੰਪੋਰਟੈਂਟ ਕੁਐਸਚਨ ਹੈ। ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਸਕਸੈਸ਼ਨ ਹੈ, ਬਾਇਓਲੋਜੀਕਲ ਸਕਸੈਸ਼ਨ, ਇਹ ਦੋ ਟਾਈਪ ਦਾ ਹੋ ਸਕਦਾ। ਤੁਹਾਨੂੰ ਲਿਥੋਸੀਅਰ ਵੀ ਆ ਸਕਦਾ, ਤੁਹਾਨੂੰ ਹਾਈਡਰੋਸੀਅਰ ਵੀ ਆ ਸਕਦਾ। ਸੋ ਦੋਵੇਂ ਕੁਐਸਚਨਸ ਦੇ ਵਿੱਚ ਜਿੰਨੀਆਂ ਸਟੇਜਿਸ ਆਉਂਦੀਆਂ ਉਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਐਂਡ ਉਹਨਾਂ ਦੇ ਵਿੱਚ ਕੋਈ ਦੋ ਐਗਜ਼ਾਮਪਲਸ ਤੁਸੀਂ ਉੱਥੇ ਐਡ ਕਰ ਦੇਣੀਆਂ, ਐਂਡ ਦੈਟ ਵਿਲ ਕੰਪਰਾਈਜ਼ ਯੋਰ ਕੁਐਸਚਨ। ਸੋ ਬੱਚਿਓ ਇੱਥੇ ਪਾਇਓਨੀਅਰ ਸਪੀਸ਼ੀਜ਼ ਕੀ ਹੁੰਦੀ ਹੈ, ਉਹ ਦੋਵਾਂ ਕੇਸਿਸ 'ਚ ਆਉਣੀਆਂ। ਸੋ ਇੱਥੇ ਪਾਇਓਨੀਅਰ ਕੀ ਹੈ ਲਿਥੋਸੀਅਰ 'ਚ, ਇਟ ਇਜ਼ ਦੀ ਕ੍ਰਸਟੋਜ਼ ਲਾਈਕਨਸ, ਅਤੇ ਕਲਾਈਮੈਕਸ ਹੈਗੀ ਆ ਫੋਰੈਸਟ। ਹਾਈਡਰੋਸੀਅਰ ਦੇ ਵਿੱਚ ਪਲੈਂਕਟਨ ਸਟੇਜ ਜਿਹੜੀ ਹੈਗੀ ਆ, ਦੈਟ ਇਜ਼ ਦੀ ਪਾਇਓਨੀਅਰ ਸਪੀਸ਼ੀਜ਼, ਐਂਡ ਫੋਰੈਸਟ ਸਟੇਜ ਇਜ਼ ਦੀ ਕਲਾਈਮੈਕਸ ਸਟੇਜ। ਸੋ ਇੱਥੇ ਵੀ ਫੋਰੈਸਟ ਸਟੇਜ ਕਲਾਈਮੈਕਸ ਸਟੇਜ ਆ, ਐਂਡ ਸਿਰਫ ਪਾਇਓਨੀਅਰ ਸਪੀਸ਼ੀਜ਼ ਦਾ ਹੀ ਫਰਕ ਆ ਦੋਵਾਂ ਕੇਸਿਸ ਦੇ ਵਿੱਚ। So ਬੱਚਿਓ, with this we finish with the biological succession.